नमस्कार जी, मैं रणवीर सिंह सोता, फास्ट न्यूज़ इंडिया जलंधर तो। ਅਸੀਂ ਅੱਜ ਪਹੁੰਚੇ ਹਾਂ ਗਲੋਬਲ ਹਸਪੀਟਲ ਜਲੰਧਰ ਦੇ ਵਿੱਚ ਡਾਕਟਰ ਨਵਜੋਤ ਸਿੰਘ ਦਹੀਆ ਜੀ ਦੇ ਨਾਲ ਖਾਸ ਮੁਲਾਕਾਤ ਕਰਨ ਵਾਸਤੇ, ਜੋ ਕਿ ਬਾਬਾ ਰਾਮਦੇਵ ਜੀ ਨੇ ਮੈਡੀਕਲ ਔਰ ਸਰਕਾਰ ਦੇ ਉੱਪਰ ਟਿੱਪਣੀ ਕੀਤੀ ਹੈ। ਉਹਨਾਂ ਨਾਲ ਗੱਲਬਾਤ ਕਰਨਗੇ ਸਾਡੇ ਚੀਫ ਐਡੀਟਰ ਡਾਕਟਰ KS ਭੱਟੀ ਜੀ। ਆਓ ਚੱਲਦੇ ਹਾਂ ਡਾਕਟਰ ਸਾਹਿਬ ਨਾਲ। ਅਸੀਂ ਅੱਜ ਆਏ ਹੋਏ ਹਾਂ ਆਪਣੀ ਟੀਮ ਦੇ ਨਾਲ ਗਲੋਬਲ ਹਸਪੀਟਲ ਜਲੰਧਰ। ਅਸੀਂ ਅੱਜ ਮਿਲਾਂਗੇ ਡਾਕਟਰ ਨਵਜੋਤ ਦਹੀਆ ਜੋ ਕਿ IMA ਦੇ ਉਪ ਪ੍ਰਧਾਨ ਵੀ ਨੇ, ਅਤੇ ਇੱਕ ਖਾਸ ਮਸਲੇ ਨੂੰ ਲੈ ਕੇ ਇਸ ਦੌਰਾਨ ਅਸੀਂ ਗੱਲਬਾਤ ਤੁਹਾਨੂੰ ਇਸੇ ਇੰਟਰਵਿਊ 'ਚ ਇੱਕ ਕਲਿੱਪ ਦਿਖਾਉਣ ਵਾਲੇ ਹਾਂ ਜੋ ਕਿ ਬਾਬਾ ਰਾਮਦੇਵ ਨੇ ਸੋਸ਼ਲ ਮੀਡੀਆ 'ਤੇ ਔਰ ਚੈਨਲਾਂ ਦੇ ਉੱਪਰ ਦਿੱਤੀ ਹੈ कोरोना महामारी ਨੂੰ ਲੈ ਕੇ। इस देश के सभी सीनियर्स कह रहे हैं अरे भाई ये एंटीबायोटिक्स, ये स्टीराइड, ये रेमडेसिविर पागलपन में मत दो, ये कोरोना के लिए संजीवनी नहीं है, ये इबोला की दवा है। अब फिर भी ठोके जा रहे, एक एक आदमी को 10 ठोक दी। और ये स्टीराइड ठोक ठोक करके, ये रेमडेसिविर ठोक ठोक करके ही रोहित सरदाना से लेकर के तमाम, मैं सैकड़ों लोगों को जानता हूं जिनको ज्यादा दवाइयां देकर के मारा गया, उनके लिए कौन जिम्मेदार? नमस्कार डॉक्टर साहब। नमस्कार जी। अच्छा जी, ਅਸੀਂ ਤੁਹਾਡਾ ਪ੍ਰੈਸ ਨੋਟ ਸਾਡੇ ਕੋਲ ਆਇਆ ਤੇ ਅਸੀਂ ਦੇਖਿਆ ਕਿ ਤੁਸੀਂ ਇੱਕ ਬਾਬਾ ਰਾਮਦੇਵ ਦੇ ਖਿਲਾਫ ਕੰਪਲੇਂਟ ਲੌਂਚ ਕੀਤੀ ਹੈ ਜਲੰਧਰ ਪ੍ਰਸ਼ਾਸਨ ਦੇ ਕੋਲ, ਤੇ ਉਹ ਕੀ ਸੰਬੰਧ ਵਿੱਚ? ਮੈਂ ਇਸ ਸੰਬੰਧ 'ਚ ਕੀਤੀ ਹੈ ਕਿ ਤਕਰੀਬਨ 1 ਸਾਲ ਤੋਂ ਸਾਡੇ ਜਿਹੜੇ ਫਰੰਟ ਲਾਈਨ ਵਰਕਰਸ, ਜਿਨ੍ਹਾਂ ਨੂੰ ਆਪਾਂ ਡਾਕਟਰ, ਨਰਸਿਸ, ਵਾਰਡ ਬॉय, ਸਵੀਪਰ, ਗੇਟ ਕੀਪਰ, ਹਸਪਤਾਲ ਦਾ ਸਿਕਿਉਰਿਟੀ ਸਟਾਫ, ਕਿੰਨੇ ਪੈਨਿਕ ਦੇ ਵਿੱਚ 1 ਸਾਲ ਤੋਂ ਉਹ ਕੰਮ ਕਰ ਰਿਹਾ ਹੈ। ਔਰ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਸਾਇੰਟੀਫਿਕ ਤਰੀਕੇ ਨਾਲ ਕਰ ਰਹੇ ਹਾਂ। ਅਸੀਂ ਕੋਈ ਨਾਨ ਸਾਇੰਟੀਫਿਕ, ਜੋ ਗਵਰਨਮੈਂਟ ਦੀਆਂ ਗਾਈਡਲਾਈਨਸ ਹੈ, ਜੋ ਇੰਟਰਨੈਸ਼ਨਲ ਗਾਈਡਲਾਈਨਸ ਹੈ, ਉਹਦੇ ਹਿਸਾਬ ਨਾਲ ਕਰ ਰਹੇ ਹਾਂ। ਕੱਲ੍ਹ ਜੋ ਬਾਬਾ ਰਾਮਦੇਵ ਜੀ ਨੇ ਚੈਨਲ 'ਤੇ ਕਿਹਾ, ਉਹਦੇ ਨਾਲ ਮਨ ਨੂੰ ਬੜੀ ਠੇਸ ਪਹੁੰਚੀ। ਅਤੇ ਜਿੰਨੇ ਸਾਡੇ ਭੈਣ ਭਰਾ ਹੋਰ ਇਸ ਕਿੱਤੇ ਨਾਲ ਜੁੜੇ ਹੋਏ ਆ, ਸਾਡੇ ਪੁਲਿਸ ਕਰਮਚਾਰੀ, ਤੁਸੀਂ ਪੱਤਰਕਾਰ ਭਰਾ, ਤੁਸੀਂ ਰੋਜ਼ ਦੇਖ ਰਹੇ ਹੋ ਕਿੱਦਾਂ ਮੌਤਾਂ ਹੋ ਰਹੀਆਂ। ਜੇ ਇਹਨਾਂ ਕੋਲ ਐਡੀ ਵੱਡੀ ਹੈਗੀ ਹੈ ਸਾਇੰਸ ਜਿਹਦੇ ਨਾਲ ਇਹ ਠੀਕ ਕਰ ਸਕਦੇ ਆ, ਅਤੇ ਗੌਰਮੈਂਟ ਆਫ ICMR ਕਿਹਦੀ ਹੈ? ICMR ਇੱਕ ਗੌਰਮੈਂਟ ਦੀ ਬੋਡੀ ਹੈ ਜੋ ਸਾਨੂੰ ਗਾਈਡਲਾਈਨਸ ਦਿੰਦੀ ਹੈ। ਸੋ ਇਹ ICMR ਨੂੰ ਆਪਣਾ ਦੱਸਣ ਵੀ ਮੈਂ ਇੱਦਾਂ ਠੀਕ ਕਰਦਾ, ਉੱਤੇ ਰਿਸਰਚ ਕਰਨ। ਜੇ ਅੱਜ ਗੱਲ ਕਰੀਏ ਤਾਂ DRDO ਜਿਹੜੀ ਸਾਡੀ ਰਿਸਰਚ ਆਰਗੇਨਾਈਜੇਸ਼ਨ, ਉਹਨੇ ਇੱਕ ਦਵਾਈ ਕੱਢੀ ਹੈ ਜਿਹੜੀ ਇੱਕ ਸਿੰਪਲ ਗਲੂਕੋਜ਼ ਵਾਂਗ ਹੈ, ਜਿਹੜੀ ਇੱਕ ਗਲੇ ਦੇ ਵਿੱਚ ਗਰਾਰੇ ਕਰਨ ਦੇ ਨਾਲ, ਲੈਣ ਦੇ ਨਾਲ, ਉਹ ਕਹਿੰਦੇ ਵਾਇਰਸ ਦੀ ਘਾਟ ਹੁੰਦੀ ਹੈ। ਇਹ ਵੀ ਜਾ ਕੇ ਉਹਨਾਂ ਨੂੰ ਦੱਸਣ ਤਾਂ ਨਾ, ਹਾਲਾਂਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਸਿਰਫ ਤੁਸੀਂ ਇਹਨਾਂ ਨੂੰ ਬਾਬਾ ਰਾਮਦੇਵ ਕਹਿ ਰਹੇ ਹੋ। ਮੈਨੂੰ ਜੋ ਅੱਜ ਕੱਲ੍ਹ ਦਾ ਯੁੱਗ 'ਚ ਇਹ ਲਾਲਾ ਰਾਮਦੇਵ ਜੀ ਲੱਗ ਰਹੇ ਨੇ, ਜਿਹੜੇ ਸਿਰਫ ਆਪਣੇ ਵਪਾਰ ਨੂੰ ਉੱਪਰ ਲਿਆਉਣ ਲਈ ਆਪਣੀਆਂ ਜੋ ਇਹ ਦਵਾਈਆਂ ਬਣਾਉਂਦੇ ਨੇ ਉਹਨਾਂ ਨੂੰ ਵੇਚਣ ਲਈ ਇਹ ਗੱਲ ਕਰ ਰਿਹਾ। ਅਸੀਂ ਹਰ ਤਰ੍ਹਾਂ ਦੇ ਜਿਹੜੀਆਂ ਦਵਾਈਆਂ ਅਸੀਂ ਉਹੀ ਦਵਾਈਆਂ ਵਰਤਦੇ ਹਾਂ ਜੋ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੈ, ਔਰ ਉਹੀ ਦਵਾਈਆਂ ਦਾ ਉਪਚਾਰ ਹੁੰਦਾ ਹੈ ਜੋ ਕਿ ਇੱਕ ਪ੍ਰੋਟੋਕੋਲ, ਗਾਈਡਲਾਈਨ ਔਰ ਇੰਨੀ ਐਜੂਕੇਸ਼ਨ ਔਰ ਰਿਸਰਚ ਦੇ ਬਾਅਦ ਆਪਾਂ ਜਿੱਥੇ ਪਹੁੰਚਦੇ ਹਾਂ। ਡਾਕਟਰ ਸਾਹਿਬ, ਬਾਬਾ ਰਾਮਦੇਵ ਦੇ ਜਿਹੜੇ ਹੈਗਾ ਪਤੰਜਲੀ ਯੋਗਪੀਠ, ਇਹਨਾਂ ਨੇ ਪਿੱਛੇ ਇੱਕ ਦਵਾ ਲਾਂਚ ਕੀਤੀ ਕੋਰੋਨਿਲ। ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਜਿਹੜਾ ਹੈਗਾ ਬਿਆਨ ਦੇ ਰਹੇ ਨੇ ਉਸ ਨੂੰ ਪ੍ਰਮੋਟ ਕਰਨ ਵਾਸਤੇ ਜ਼ਿਆਦਾ ਦੇ ਰਹੇ? ਮੈਨੂੰ ਤਾਂ ਇਹੀ ਲੱਗ ਰਿਹਾ ਜੀ। ਬਾਕੀ ਤੁਸੀਂ ਦੇਖੋ, ਕੋਰੋਨਿਲ ਨੂੰ ਜਦੋਂ ਇਹਨਾਂ ਨੇ ਕਿਹਾ ਸੀ ਕਿ WHO ਵੱਲੋਂ ਪ੍ਰਮਾਣਿਤ ਹੈ, ਪਰ ਅਗਲੇ ਦਿਨ ਹੀ WHO ਦੀ ਸਟੇਟਮੈਂਟ ਆ ਗਈ ਸੀ ਕਿ ਉਹ ਇਸ ਕਿੱਦਾਂ ਦੀ ਕੋਈ ਦਵਾਈ ਨੂੰ ਨਹੀਂ ਜਾਣਦੇ। ਸੋ ਮੈਂ ਕਹਿ ਰਿਹਾ ਕਿ ਇਹ ਛਲ ਔਰ ਕਪਟ ਔਰ ਜੋ ਧੋਖਾਧੜੀ ਇਹਨਾਂ ਨੇ ਆਮ ਜਨਤਾ ਦੇ ਨਾਲ, ਔਰ ਜੋ ਮਾਣਹਾਨੀ ਦੇ ਇਹਨਾਂ ਨੇ ਸ਼ਬਦ ਸਾਰੇ ਫਰੰਟ ਲਾਈਨ ਵਰਕਰ, ਸਾਰੇ ਭਾਈਚਾਰੇ ਲਈ ਔਰ ਸਰਕਾਰ ਦੇ ਸਪੈਸੀਫਿਕਲੀ ਖਿਲਾਫ, ਕਿਉਂਕਿ ਇਸ ਵੇਲੇ ਸਰਕਾਰੀ ਅਦਾਰੇ ਜਿਹੜੇ ਉਹ ਜ਼ਿਆਦਾ ਇਲਾਜ ਕਰ ਰਹੇ ਨੇ, ਕਿਉਂਕਿ ਸਰਕਾਰ ਦੀ ਇਹ ਵੱਡੀ ਰਿਸਪੌਂਸੀਬਿਲਟੀ ਹੈ। ਜਿਹੜੇ ਸਰਕਾਰ ਦੇ ਵਿੱਚ ਏਡੇ ਏਡੇ ਡਾਕਟਰ ਨੇ ਜਿਨ੍ਹਾਂ ਨੇ ਇੰਨੀਆਂ ਡਿਗਰੀਆਂ ਕੀਤੀਆਂ, ਔਰ ਇੰਨੇ ਵੱਡੇ ਸਾਡੇ IAS, ਬਿਊਰੋਕਰੇਟ, ਪੋਲੀਟੀਸ਼ੀਅਨ ਉਹਨੂੰ ਸਟਰੈਂਥਨ ਕਰਨ ਲੱਗੇ ਹੋਏ ਨੇ। ਜੋ ਇਹਨਾਂ ਨੇ ਉਹ ਦੇਸ਼ ਦਰੋਹ ਦੀ ਗੱਲ ਕੀਤੀ ਹੈ, ਦੇਸ਼ ਦੇ ਵਾਸੀਆਂ ਦੇ ਖਿਲਾਫ ਔਰ ਗੌਰਮੈਂਟ ਦੀਆਂ ਗਾਈਡਲਾਈਨਸ ਦੇ ਖਿਲਾਫ ਬੋਲਿਆ। ਇਹਨਾਂ 'ਤੇ ਬਣਦੀਆਂ ਧਾਰਾਂ ਦੇ ਤਹਿਤ ਪਰਚੇ ਦੀ ਮੰਗ ਕਰਦਾ ਹੈ। ਡਾਕਟਰ ਸਾਹਿਬ, ਅਸੀਂ ਇੰਟਰਵਿਊ ਦੇਖੀ ਬਾਬਾ ਰਾਮਦੇਵ ਦੀ, ਜਿਹੜੀ ਕਲਿੱਪ ਅਸੀਂ ਵੀਡੀਓ ਦੇਖੀ ਹੈ, ਅਤੇ ਉਹਨਾਂ ਨੇ ਦਾਅਵਾ ਕੀਤਾ ਕਿ ਪਤੰਜਲੀ ਯੋਗਪੀਠ ਅਸੀਂ ਖੋਲ੍ਹ ਦਿੰਦੇ ਹਾਂ ਅਤੇ ਇਹ ਸਾਡੇ ਯੋਗ ਦੇ ਨਾਲ ਇਹ ਜਿਹੜੇ ਮਰੀਜ਼ ਹੈਗੇ ਆ ਠੀਕ ਕਰ ਲਵਾਂਗੇ ਅਸੀਂ। ਮੈਂ ਤੁਹਾਡੀ ਗੱਲ ਨਾਲ ਸਮਝਦਾ। ਇੱਕ ਗੱਲ ਤੁਸੀਂ ਮੇਰੀ ਧਿਆਨ ਨਾਲ ਸਮਝੋ ਕਿ ਅਸੀਂ ਆਪਣੀ ਜੇ ਦਾਦੀ ਨਾਨੀ ਦੀ ਇੱਜ਼ਤ ਕਰਦੇ ਹਾਂ, ਜੋ ਪੁਰਾਣੇ ਵਿਚਾਰ ਹੈ ਉਹਨਾਂ ਦੀ ਇੱਜ਼ਤ ਕਰਦੇ ਹਾਂ, ਅਸੀਂ ਅੱਜ ਆਪਣੀਆਂ ਬੱਚੀਆਂ ਅਤੇ ਆਪਣੀਆਂ ਪੋਤੀਆਂ ਦੀ ਵੀ ਉਨੀ ਇੱਜ਼ਤ ਕਰਾਂਗੇ। ਸੋ ਕਿਉਂਕਿ ਉਹਨਾਂ ਨੇ ਵੀ ਕਦੀ ਨਾਨੀਆਂ ਦਾਦੀਆਂ ਬਣਨਾ। ਸੋ ਤਜਰਬੇ ਦੇ ਨਾਲ, ਸਾਇੰਸ ਦੇ ਨਾਲ, ਇਹ ਪਤੰਜਲੀ ਯੋਗ ਦੇ ਵਿੱਚ ਮੈਂ ਤਾਂ ਕਹਿ ਰਿਹਾ ਕਿ ICMR ਜੋ ਸਾਡੀ ਹੈਗੀ ਹੈ ਉਹਦੇ ਥਰੂ ਸਾਨੂੰ ਗਾਈਡਲਾਈਨਸ ਦੇਣ, ਆਪਣੇ ਜਿਹੜੇ ਟ੍ਰੇਨਡ ਬੰਦੇ ਉਹ ਸਾਨੂੰ ਦੇਣ, ਅਸੀਂ ਇੱਥੇ ਨਾਲ ਉਹਨਾਂ ਨੂੰ ਰੱਖ ਲੈਂਦੇ ਹਾਂ। ਨਹੀਂ, ਉਹਦੇ ਵਿੱਚ ਉਹਨਾਂ ਨੇ ਇਹ ਵੀ ਤਾਂ ਕਿਹਾ ਕਿ ਜਿਹੜੇ ਆਕਸੀਜਨ ਲਾਉਣ ਦੀ ਲੋੜ ਨਹੀਂ ਹੈ। तुम्हारा रेस्पिरेटरी सिस्टम फेल हो ही नहीं सकता, मरते ऐसे। अरे भगवान ने मुफ्त में ऑक्सीजन दे रखी है, ले
ऑक्सीजन की कमी पड़ रही है। भगवान ने सारा ब्रह्मांड भर रखा है ऑक्सीजन से, ले तो ले बावड़े, बाहर सिलेंडर ढूंढ रहे हैं, तो अपने भीतर 2 सिलेंडर लगा रखे, ये सिलेंडर है, भर भर, सिलेंडर कम पड़ गए। ये डॉक्टर साहब कहते हैं ये 2 सिलेंडर यहां लगा रखे हैं, 2 डॉक्टर इधर दे रखे हैं, और ये 2 नर्सेज हैं। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਤੁਹਾਡੀ ਅੱਖ ਵੀ ਇੱਕ ਕੈਮਰਾ ਹੈ, ਪਰ ਤੁਸੀਂ ਵੀ ਇੱਕ ਕੈਮਰੇ ਦੀ ਵਰਤੋਂ ਕਰ ਰਹੇ ਹੋ ਜਿਹਦੇ ਮਗਰ ਸਾਇੰਸ ਹੈ, ਜਿਹਦੇ ਮਗਰ ਕੋਈ ਗੱਲ ਹੈ। ਸੋ ਮੈਂ ਇਹ ਕਹਿੰਦਾ ਕਿ ਜੇ ਉਹਨਾਂ ਕੋਲ ਇਹ ਸਾਇੰਸ ਹੈਗੀ ਆ, ਉਹ ਸਾਡੀ ICMR ਔਰ ਜੋ ਸਾਡੀਆਂ ਰਿਸਰਚ ਇੰਸਟੀਚਿਊਟਸ ਹੈਗੀਆਂ, ਉਹ ਪ੍ਰਧਾਨ ਮੰਤਰੀ ਜੀ ਨੂੰ ਪੇਸ਼ ਕਰਨ, ਪੇਸ਼ ਕਰਕੇ ਉਹਨੂੰ ਮਾਨਤਾ ਦਿਵਾਉਣ, ਕਿਉਂਕਿ ਅਸੀਂ ਤਾਂ ਕੁਆਲੀਫਾਈਡ ਬੰਦੇ ਹਾਂ। ਅਸੀਂ ਤਾਂ ਜੋ ਸਰਕਾਰ ਵੱਲੋਂ ਔਰ ਐਜੂਕੇਸ਼ਨ ਸਿਸਟਮ ਵੱਲੋਂ, ਜੋ ICMR ਵੱਲੋਂ, ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ ਜੋ ਗਾਈਡਲਾਈਨਸ ਆਉਣੀਆਂ, ਅਸੀਂ ਤਾਂ ਉਹਦੇ ਹਿਸਾਬ ਨਾਲ ਹੀ ਇਲਾਜ ਕਰਨਾ ਹੈ। ਕਈ ਵਾਰੀ ਤੁਸੀਂ ਸੁਣਿਆ ਹੋਣਾ, ਕਈ ਦਵਾਈਆਂ ਆਉਂਦੀਆਂ ਫਿਰ ਉਹ ਬੈਨ ਵੀ ਹੋ ਜਾਂਦੀਆਂ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਉਹਦੀ ਵਰਤੋਂ ਦੇ ਨਾਲ ਪ੍ਰੋਬਲਮ ਆਉਂਦੀ ਹੈ। ਸੋ ਅਸੀਂ ਤਾਂ ਸਾਇੰਟੀਫਿਕਲੀ ਕੰਮ ਕਰ ਸਕਦੇ ਹਾਂ, ਅਸੀਂ ਕਿਸੇ ਦੇ ਕਿਹਾ ਕੁਝ ਨਹੀਂ ਕਰ ਸਕਦੇ। ਸਭ ਨੂੰ ਪਤਾ ਹੈ ਕਿ ਡਾਕਟਰ ਸਾਹਿਬ ਕਿ ਕਰੋਨਾ ਮਹਾਮਾਰੀ ਦਾ ਕੋਈ ਇਲਾਜ ਅਜੇ ਪ੍ਰੋਪਰ ਨਹੀਂ ਚੱਲਿਆ, ਲੇਕਿਨ ਡਾਕਟਰਾਂ ਦੀ ਕੋਸ਼ਿਸ਼ ਹੁੰਦੀ ਕਿ ਮਰੀਜ਼ ਠੀਕ ਹੋ ਜਾਏ ਕਿਸੇ ਤਰੀਕੇ ਨਾਲ ਵੀ, ਅਤੇ ਕਈ ਮਰੀਜ਼ ਫਿਰ ਵੈਂਟੀਲੇਟਰ 'ਤੇ ਲਾਉਣ ਦੀ ਹਾਲਤ ਵਿੱਚ ਤੁਹਾਡੇ ਕੋਲ ਆਉਂਦੇ ਨੇ ਹਸਪਤਾਲਾਂ ਵਿੱਚ। ਅਤੇ ਲੇਕਿਨ ਡਾਕਟਰ ਇਸ ਸੰਬੰਧ ਵਿੱਚ ਬਾਬਾ ਰਾਮਦੇਵ ਨੇ ਇਹ ਕਿਹਾ ਕਿ ਮੈਂ ਇੱਕ ਸਵਾਲ ਮੇਰੇ ਮਨ 'ਚ ਇਹ 'ਚ ਉੱਠਣਾ ਲਾਜ਼ਮੀ ਹੈ ਕਿ ਜਿਹੜਾ ਇੱਕ ਮਰੀਜ਼ ਵੈਂਟੀਲੇਟਰ ਦੇ ਸਟੇਜ 'ਤੇ ਪਹੁੰਚ ਗਿਆ, ਉਹਦੀ ਆਕਸੀਜਨ ਲੈਵਲ 90 ਤੋਂ ਥੱਲੇ ਹੋ ਗਈ, 80 ਹੋ ਗਈ, 70 ਹੋ ਗਈ, 60 ਹੋ ਗਈ, ਤੇ ਕੀ ਉਸ ਪ੍ਰਣਾਲੀ ਨਾਲ ਜਿਸ ਤਰ੍ਹਾਂ ਉਹ ਦਾਵਾ ਕਰ ਰਹੇ ਨੇ ਉਹ ਠੀਕ ਕੀਤਾ ਜਾ ਸਕਦਾ? चलो भर लो, तुम्हारी किसी के भी ऑक्सीजन की कमी पड़ जाए तो मुझे ਕਿਸੇ बता ਦੀ देना। ਪ੍ਰਣਾਲੀ ਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦਾ ਵਿਵਾਦ ਸੰਵਾਦ ਨਹੀਂ ਕਰਨਾ ਚਾਹੁੰਦਾ। ਮੈਂ ਇਹ ਗੱਲ ਕਹਿ ਰਿਹਾ ਕਿ ਜੋ ਸਾਨੂੰ ਸਿਖਾਇਆ ਗਿਆ ਕਿ ਜਦੋਂ 90 ਤੋਂ ਸੈਚੂਰੇਸ਼ਨ ਘਟਣੀ ਤੁਸੀਂ ਕੀ ਕਰਨਾ, ਜਦੋਂ 80 ਤੋਂ ਘਟਣੀ ਤੁਸੀਂ ਕੀ ਕਰਨਾ, ਅਸੀਂ ਤਾਂ ਜੋ ਸਾਇੰਸ ਪੜ੍ਹੀ ਹੈ ਅਸੀਂ ਤਾਂ ਸਾਇੰਸ 'ਚ ਹੀ ਬਿਲੀਵ ਕਰਾਂਗੇ ਔਰ ਉਹਨੂੰ ਹੀ ਕਵਾਂਗੇ। ਹਾਂ, ਕੱਲ੍ਹ ਨੂੰ ਹੋ ਸਕਦਾ ਹੈ ਕਿ ਇਹ ਉਪਚਾਰ ਬਦਲ ਜਾਏ, ਬਟ ਜੋ ICMR ਤੇ ਨੈਸ਼ਨਲ ਮੈਡੀਕਲ ਕਮਿਸ਼ਨ ਤੇ ਵੇਰੀਅਸ ਸਟੇਟ ਆਰਗੇਨਾਈਜੇਸ਼ਨ ਪ੍ਰੋਫੈਸ਼ਨਲ ਬਾਡੀਜ਼ ਜੋ ਫਾਰਮਾਸੂਟੀਕਲ ਇੰਡਸਟਰੀ ਜੋ ਇੰਨੀ ਮਿਹਨਤ ਕਰਦੀ ਹੈ ਉਹਦੇ ਸਾਇੰਸ ਦੇ ਨਾਲ ਚੱਲਦੀ ਹੈ, ਅਸੀਂ ਤਾਂ ਉਹੀ ਕਰਾਂਗੇ ਜੋ ਉਹ ਸਾਨੂੰ ਗਾਈਡਲਾਈਨਸ ਦੇਣਗੇ। ਦੇਖੋ ਜੀ, ਇਹਦੇ ਬਾਰੇ ਤਾਂ ਹੁਣ ਉਹਨਾਂ ਦੀ ਕੀ ਸੋਚ ਹੈ ਉਹੀ ਦੱਸ ਸਕਦੇ ਆ, ਪਰ ਸਰਕਾਰ ਸਾਡੇ ਇੱਥੇ ਐਡਮਿਨਿਸਟ੍ਰੇਸ਼ਨ ਪੂਰੀ ਵਾਹ ਲਾ ਰਹੀ ਹੈ ਕਿ ਜੋ ਵੱਧ ਤੋਂ ਵੱਧ ਅਸੀਂ ਲੋਕਾਂ ਨੂੰ ਫੈਸਿਲਿਟੀ ਦੇ ਸਕੀਏ ਆਪਣੇ ਰਿਸੋਰਸਿਸ ਦੇ ਹਿਸਾਬ ਨਾਲ ਅਸੀਂ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਆ ਜਿਹੜੀ ਵੱਧਦੇ ਮੌਤਾਂ ਦੇ ਅੰਕੜੇ ਨੇ ਉਹ ਕਾਫੀ ਮਤਲਬ ਡਰੇ ਹੋਏ ਔਰ ਸਹਿਮੇ ਹੋਏ ਮਹਿਸੂਸ ਕਰ ਰਹੇ ਨੇ। ਉਸ ਨੂੰ ਲੈ ਕੇ ਵੀ ਸ਼ਾਇਦ ਉਹਨਾਂ ਨੇ ਕੋਈ ਗੱਲ ਕਹੀ ਹੋਊਗੀ ਜੋ ਕਹਿਣ ਦਾ ਉਹਨਾਂ ਦਾ ਭਾਵਾਰਥ ਸੀਗਾ, ਤੁਸੀਂ ਤੁਹਾਨੂੰ ਲੱਗਿਆ ਇੱਦਾਂ ਕਿ ਉਸ ਦੇ ਮੱਦੇਨਜ਼ਰ ਉਹਨੇ ਕਿਹਾ? ਦੇਖੋ ਸਰ, ਉਹਨੇ ਤਾਂ ਸਿੱਧਾ ਸਿੱਧਾ ਕਿਹਾ ਕਿ ਗੌਰਮੈਂਟ ਦੀ ਐਸੀ ਨੂੰ ਤੈਸੀ। ਸੋ ਇਹ ਤਾਂ ਹੁਣ ਗੌਰਮੈਂਟ ਹੀ ਇਹਦਾ ਜਵਾਬ ਦੇ ਸਕਦੀ ਹੈ। ਮੈਂ ਐਡਾ ਸਮਕਸ਼ ਨਹੀਂ ਹੈਗਾ ਕਿ ਉਹਨਾਂ ਦੀ ਕਿਸੇ ਗੱਲ ਦਾ ਜਵਾਬ ਦੇ ਸਕਾਂ। ਮੈਂ ਤਾਂ ਇਸੇ ਕਰਕੇ ਜੋ ਸਰਕਾਰ ਦੇ ਬਣਦੇ ਕਾਨੂੰਨ ਦੇ ਮੁਤਾਬਕ ਸਾਡੇ ਕਮਿਸ਼ਨਰ ਸਿਸਟਮ ਦੇ ਵਿੱਚ ਜੋ ਮੈਨੂੰ ਠੀਕ ਲੱਗਾ ਮੈਂ ਉਹ ਕੰਪਲੇਂਟ ਕੀਤੀ ਹੈ, ਅਤੇ ਮੈਂ ਆਸ ਕਰਦਾ ਕਿ ਮੈਨੂੰ ਪੂਰਾ ਇਨਸਾਫ ਮਿਲੇਗਾ। ਤੁਹਾਨੂੰ ਲੱਗਦਾ ਕਿ ਲੱਗਦਾ ਕਿ FIR ਲੌਂਚ ਹੋਣੀ ਚਾਹੀਦੀ ਉਹਨਾਂ ਦੇ ਵਿੱਚ ਹੋਏਗੀ? ਦੇਖੋ ਸਰ, ਲੈਂਡ ਆਫ ਲਾਅ ਪ੍ਰਵੇਲਸ। ਜਿਹੜੇ ਸਾਡੇ ਇੱਥੇ ਦੇ ਹੁਕਮਰਾਨ ਨੇ, ਜਿਹੜੇ ਸਾਡੇ ਅਫਸਰ ਨੇ, ਉਹ ਮੈਨੂੰ ਇਹ ਆਸ ਹੈ ਕਿ ਉਹ ਇਹਦੇ 'ਤੇ ਪੂਰੀ ਇਨਵੈਸਟੀਗੇਸ਼ਨ ਕਰਕੇ ਜੋ ਬਣਦੀ ਕਾਰਵਾਈ ਹੈ ਉਹ ਕਰਨਗੇ। ਥੈਂਕ ਯੂ। ਹੁਣੇ ਤੁਸੀਂ ਸੁਣਿਆ ਡਾਕਟਰ ਨਵਜੋਤ ਦਹੀਆ ਦੇ ਨਾਲ ਖਾਸ ਗੱਲਬਾਤ, ਔਰ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਤੋਂ ਇਹ ਕਹਿਣਾ ਚਾਹੁੰਦੇ ਹਾਂ ਕਿ ਪੂਰੇ ਦੇਸ਼ ਦੇ ਵਿੱਚ ਡਾਕਟਰ, ਮੈਡੀਕਲ ਸਟਾਫ, ਪੈਰਾਮੈਡੀਕਲ ਸਟਾਫ ਅਤੇ ਸਰਕਾਰਾਂ ਆਪਣੀ ਜੀ ਜਾਨ ਲਾ ਕੇ ਕਰੋਨਾ ਮਰੀਜ਼ਾਂ ਦੇ ਸੇਵਾ ਵਿੱਚ ਲੱਗੀ ਹੋਈ, ਉਹਨਾਂ ਦੀ ਜਾਨਾਂ ਬਚਾਉਣ 'ਚ ਲੱਗੀ ਹੋਈ ਨੇ। ਅਤੇ ਇਹੋ ਜਿਹੀ ਭਿਆਨਕ ਮਹਾਂਮਾਰੀ ਜੋ ਪਹਿਲੀ ਵਾਰ ਆਈ ਹੈ ਦੇਸ਼ ਦੇ ਵਿੱਚ, ਇਸ ਦੇ ਵਿੱਚ ਚੂਕ ਵੀ ਹੋ ਸਕਦੀ ਹੈ, ਮੌਤਾਂ ਵੀ ਹੋਈਆਂ, ਠੀਕ ਹੈ, ਇਹ ਮੰਨਣ ਵਾਲੀ ਗੱਲ ਹੈ, ਲੇਕਿਨ ਇਹੋ ਜਿਹੀ ਜਿਹੜੀ ਸਟੇਟਮੈਂਟ ਕਿਸੇ ਨੂੰ ਵੀ ਨਹੀਂ ਦੇਣੀ ਚਾਹੀਦੀ ਜਿਹੜੀ ਕਿ ਮੈਡੀਕਲ ਸਟਾਫ ਨੂੰ, ਪੈਰਾਮੈਡੀਕਲ ਸਟਾਫ ਨੂੰ ਔਰ ਆਮ ਜਨਤਾ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕਰੇ। ਧੰਨਵਾਦ।